ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਵਾਲਤਾ ਅੰਗੀਠਾ ਅਗਨ ਅਗਾਰੀ, ਨੀਲ ਅੰਬਰਲੀ ਹਾਥ ਮਜਾਰੀ। ਜਵਾਲਤਾ ਅੰਗੀਠਾ ਅਗਨ ਅਗਾਰੀ, नील अंबरली हाथ मजारी। सतनाम श्री वाहेगुरु जी। सिर गुर को जा सागर रूप, उजागर है सब लोकन माहो। मैं तरण जो तुलहा करके, निज बुद्ध ते पार परेवा बचाओ। होए उसी जग में अधिकाए, तो मन में अतिशय उत्साहो। ओ चतुरो ज्यो लग फल सुंदर, बावन हाथ पसारत ताओ। एक ओंकार सतगुरु ते प्रसाद सच होई। भोए गुरु जी की फतेह, विघ्न विनाशन सोई। भोए गुरु जी की फतेह, विघ्न विनाशन सोई। भोए गुरु जी का खालसा, भोए गुरु जी की फतेह। परम सत्कार जोग गुरु रूप खालसा साध संगत जी, जितने भी माई भाई नेमी प्रेमी दोनों नेड़े चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरनां 'च हाज़री लवाउण वास्ते अपनी अचित बिरतियां बाहरों कागर करन दी खिचड़ करो। भगत वैशल पतत पावन दीना बंधु तिन्ने लोगां दे मालक सांझे रहबर निरंकारी जोत श्री गुरु गोबिंद सिंह जी महाराज दी पावन कथा चल रही है। पिछले प्रकरण दे विच असीं ये विचार सरवण कीती। दशमेश पिता जदों मालवे दे इलाके नूं भाग लगाउंदिआं होइआं ढिलमा नगर दे विच पहुँचे सन। इत्थे बाबा प्रीति चंद दी जिहड़ी संतान है, बंस है, वो बड़े लंबे समय तो ਰਿਹਾ ਕਰਦੀ ਸੀ। ਕਿਸੇ ਨੇ ਜਾ ਕਰਕੇ ਇਹਨਾਂ ਦੇ ਪਾਸ ਖਬਰ ਦੱਸੀ ਵੀ ਆਪਣੇ ਪਿੰਡ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਦੇ ਸੂਰਮਿਆਂ ਦੇ ਸਮੇਤ ਪਹੁੰਚੇ ਹੋਏ ਹਨ। ਸੁਣਨ ਅਨੁਸਾਰ ਬਾਬਾ ਕੌਲਦਾਸ ਜੀ ਉਸੇ ਵਕਤ ਦਰਸ਼ਨ ਕਰਨ ਵਾਸਤੇ ਤਿਆਰ ਹੋ ਗਏ। ਆਪਣੇ ਘਰ ਦਾ ਜਿਹੜਾ ਸਮਾਨ ਉਹਦਾ ਵੀ ਕੋਈ ਵਿਸ਼ੇਸ਼ ਤੌਰ 'ਤੇ ਖਿਆਲ ਨਹੀਂ ਸੀ ਕੀਤਾ। ਅੱਗੇ ਤੋਂ ਅੱਗੇ ਇਹਨਾਂ ਦਾ ਬਹੁਤ ਵੱਡਾ ਪਰਿਵਾਰ ਜੋ ਵੀ ਵਧਿਆ ਹੋਇਆ ਸੀ, ਉਹਨਾਂ ਨੇ ਵੀ ਸਤਿਗੁਰੂ ਜੀ ਦੇ ਆ ਕਰਕੇ ਦਰਸ਼ਨ ਕੀਤੇ ਸਨ। ਉਸ ਸਮੇਂ ਇਹਨਾਂ ਨੇ ਆਪਣੀਆਂ ਉਂਗਲੀਆਂ ਦੇ ਵਿੱਚ ਆ ਜਿਹੜਾ ਕਾਇਆ ਦੱਬ ਹੈ ਉਹਦੇ ਛੱਲੇ ਜੇ ਬਣਾ ਕੇ ਪਾਏ ਹੋਏ ਸੀ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਆ ਤੁਸੀਂ ਆਪਣੀਆਂ ਉਂਗਲੀਆਂ ਦੇ ਵਿੱਚ ਕੀ ਪਾਇਆ ਹੋਇਆ? ਸੁਣ ਕਰਕੇ ਨੇ ਆਪਣੇ ਵੱਲੋਂ ਬੇਨਤੀ ਕੀਤੀ, ਗਰੀਬ ਨਵਾਜ਼ ਮੈਂ ਆਪਣੇ ਘਰ ਦੇ ਵਿੱਚ ਬੈਠ ਕਰਕੇ श्राद्ध वगैरह करवा रहा सी। सुन करके सर्वगंतर जामी सतगुरु जी कह लगे भी देखो तुसीं सतगुरु रामदास महाराज सच्चे पातशाह दी वंश दे विच जन्म धारण कीता है। तुहाडे पितरां नूं
ਕੋਈ ਵੀ ਇਹੋ ਜਿਹੇ ਬਾਕੀ ਸ਼ਰਾਧਾਂ ਦੀ ਲੋੜ ਹੈ ਨਹੀਂ, ਉਹ ਤਾਂ ਸਦਾ ਵਾਸਤੇ ਤ੍ਰਿਵਤ ਹੋ ਚੁੱਕੇ ਹਨ। ਉਸ ਸਮੇਂ ਮਹਾਰਾਜ ਨੇ ਇਹਨਾਂ ਦੇ ਮਨ ਦਾ ਜਿਹੜਾ ਭਰਮ ਉਹ ਵੀ ਦੂਰ ਕੀਤਾ ਸੀ। ਜਦੋਂ ਸਾਰੇ ਪਰਿਵਾਰ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਲੰਗਰ ਪਾਣੀ ਤਿਆਰ ਕਰਨ ਵਾਸਤੇ ਆਟਾ ਹੈ, ਘਿਓ ਹੈ, ਗੁੜ ਹੈ, ਸਾਰਾ ਸਮਾਨ ਹਾਜ਼ਰ ਕਰ ਦਿੱਤਾ ਸੀ। ਇਸੇ ਤਰ੍ਹਾਂ ਘੋੜਿਆਂ ਦੇ ਵਾਸਤੇ ਜੋ ਵੀ ਬਾਬਾ ਕੌਲਦਾਸ ਜੀ ਦੇ ਅੱਗੇ ਪੁੱਤ ਜਾਂ ਪੁੱਤਰੇ ਸਨ, ਉਹਨਾਂ ਨੇ ਕਈ ਜਿਹੜੀ ਘਾਹ ਦੀਆਂ ਪੰਡਾਂ ਬਹੁਤ ਖੁੱਲ੍ਹਾ ਡੁੱਲਾ ਦਾਣਾ ਵੀ ਘੋੜਿਆਂ ਦੇ ਲਈ ਹਾਜ਼ਰ ਕਰ ਦਿੱਤਾ ਹੈ। ਇਹਨਾਂ ਦੀ ਸੇਵਾ ਦੇ ਕਰਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋ ਗਏ ਸਨ। ਉਸ ਸਮੇਂ ਅਚਾਨਕ ਹੀ ਬਾਬਾ ਕੌਲਦਾਸ ਜੀ ਪੁੱਛਣ ਲੱਗੇ, ਸੱਚੇ ਪਾਤਸ਼ਾਹ ਗਰੀਬ ਨਵਾਜ਼, ਆ ਜੰਗਲ ਦੇ ਵਿੱਚ ਜਿਹੜਾ ਹੈ ਚੌਧਰੀ ਕਪੂਰਾ ਉਹ ਵੀ ਤੁਹਾਨੂੰ ਮਿਲਿਆ, ਜ਼ਾਵੇਰਾ ਕਰਕੇ ਕੋਈ ਸੇਵਾ ਨਹੀਂ ਕੀਤੀ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਅਸੀਂ ਤਾਂ ਚੌਧਰੀ ਕਪੂਰੇ ਦੀਆਂ ਜੜ੍ਹਾਂ ਹੀ ਉਖਾੜ ਦਿੱਤੀਆਂ ਹਨ। ਸੁਣਨ ਅਨੁਸਾਰ ਬਾਬਾ ਕੌਲਦਾਸ ਜੀ ਦੇ ਹਿਰਦੇ ਦੇ ਅੰਦਰ ਬੜੀ ਘਬਰਾਹਟ ਪੈਦਾ ਹੋ ਗਈ ਵੀ ਇਹ ਕੋਈ ਜਿਹੇ ਵਚਨ ਮਹਾਰਾਜ ਨੇ ਕਰ ਦਿੱਤੇ ਹਨ। ਕਹਿਣ ਲੱਗਾ, ਸੱਚੇ ਪਾਤਸ਼ਾਹ ਚੌਧਰੀ ਕਪੂਰੇ ਦੀਆਂ ਜਿਹੜੀਆਂ ਜੜ੍ਹਾਂ ਉਹ ਤਾਂ ਮੇਰੇ ਪੇਟ ਦੇ ਵਿੱਚ ਲੱਗੀਆਂ ਹੋਈਆਂ ਨੇ, ਵੀ ਜਿਹੜਾ ਪੇਟ ਪਾੜੂ ਤਾਂ ਫਿਰ ਉਹਦੀਆਂ ਜੜ੍ਹਾਂ ਉਖੜ ਸਕਦੀਆਂ ਹਨ। ਸੋਹਣਾ ਕਰਕੇ ਸਤਿਗੁਰੂ ਜੀ ਨੇ ਬਚਨ ਕੀਤਾ ਵੀ ਉਹਨੇ ਸਾਨੂੰ ਜੰਗ ਕਰਨ ਵਾਸਤੇ ਇੱਕ ਮਾੜਾ ਜਿਹਾ ਕਿਲਾ ਵੀ ਨਹੀਂ ਭੇਟਾ ਕੀਤਾ। ਅਸੀਂ ਤਾਂ ਉਹਦਾ ਬਹੁਤ ਵੱਡਾ ਜਿਹੜਾ ਰਾਜ ਭਾਗ ਵਧਾਉਣਾ ਚਾਹੁੰਦੇ ਸੀ। ਅਗਲੇ ਦਿਨ ਬਾਬਾ ਕੌਲਦਾਸ ਜੀ ਇੱਕ ਬਹੁਤ ਬਰੀਕ ਸੂਖਮ ਵਸਤਰ ਦੀ ਪੋਸ਼ਾਕ ਤਿਆਰ ਕਰਵਾ ਕੇ ਲਿਆਏ। ਕਹਿਣ ਲੱਗੇ, ਮਹਾਰਾਜਾ ਜਿਹੜੇ ਨੀਲੇ ਵਸਤਰ ਇਹ ਤਾਂ ਲਾ ਦਿਓ ਸਰੀਰ ਤੋਂ, ਮੈਂ ਤੁਹਾਡੇ ਲਈ ਬਹੁਤ ਸੋਹਣੀ ਪੋਸ਼ਾਕ ਤਿਆਰ ਕਰਕੇ ਲਿਆਂਦੀ ਹੈ। ਉਸ ਵਕਤ ਸਤਿਗੁਰੂ ਜੀ ਦੇ ਅੱਗੇ ਇੱਕ ਬਹੁਤ ਵੱਡਾ ਜਿਹੜਾ ਅੰਗੀਠਾ ਲੱਕੜਾ ਪਾ ਕਰਕੇ ਬਾਲਿਆ ਹੋਇਆ ਸੀ। ਜਿਹੜੇ ਸੀ ਉਹ ਨੀਲੇ ਰੰਗ ਦੇ ਵਸਤਰ ਉਹਦੀਆਂ ਲੀਰਾਂ ਕਰ ਕਰਕੇ ਸਤਿਗੁਰੂ ਜੀ ਅੱਗ ਦੇ ਵਿੱਚ ਸੁੱਟਣ ਲੱਗ ਪਏ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਵਲਤ ਅੰਗੀਠਾ ਅਗਨ ਅਗਾਰੀ। ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਬਹੁਤ ਵੱਡਾ ਅੰਗੀਠਾ ਬਣ ਰਿਹਾ ਸੀ। ਨੀਲਾਂਬਰ ਲਈ ਹਾਥ ਮਝਾਰੀ। ਮਹਾਰਾਜ ਨੇ ਉਸ ਨੀਲੇ ਵਸਤਰ ਦੀਆਂ ਲੀਰਾਂ ਕਰ ਕਰਕੇ ਫਿਰ ਅਗਨ ਦੇ ਵਿੱਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸੀ। ਲੀਰ ਪਾੜ ਕਰ ਤਿਸਤੀ ਸਤਿਗੁਰ। ਜਦੋਂ ਮਹਾਰਾਜ ਨੇ ਵਸਤਰ ਦੇ ਨਾਲੋਂ ਲੀਰ ਪਾੜ ਕਰਕੇ ਉਸ ਅਗਨੀ ਦੇ ਵਿੱਚ ਸੁੱਟਿਆ ਕਰਦੇ ਸਨ। ਸ਼੍ਰੀ ਮੁਖ ਤੇ ਤੁਕ ਏਬ ਉਚਰ ਕਰ। ਮਹਾਰਾਜ ਨੇ ਬਚਨ ਵੀ ਸਾਰਿਆਂ ਦੇ ਸਾਹਮਣੇ ਆਪਣੀ
ਰਸਨਾ ਤੋਂ ਚਾਰਨ ਕੀਤੇ ਸੀ। ਛੰਦ ਨੀਲ ਬਸਤਰ ਲਈ ਕੱਪੜੇ ਫਾੜੇ ਤੁਰਕ ਪਠਾਨੀ ਅਮਲ ਗਿਆ। ਨੀਲ ਬਸਤਰ ਲੈ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਕੀਆ। नील वस्त्र ले कपड़े पहरे तुरक पठानी अमल किया। गुरु बाबा जी ने ताए वचन और अभी बाणी दे विच उच्चारण कीते होए हन। सतगुरु जी कह लगे भी आ जेड़े नीले वस्त्र इन्हां दी लीर लीर करके असी अग दे विच पा दित्ती है। तुरक पठानी अमल गया। और जेड़े तुरक मुगल पठान हिंदुस्तान दे विच बहुत ज़्यादा ਵਧੇ ਹੋਏ ਹਨ ਤੇ ਜਿਨ੍ਹਾਂ ਦੇ ਰਾਜ ਭਾਗ ਦੀਆਂ ਉਦਾਂ ਸਮੁੰਦਰਾਂ ਦੇ ਕਿਨਾਰਿਆਂ ਤੱਕ ਲੱਗੀਆਂ ਹੋਈਆਂ। ਤੁਰਕ ਪਠਾਣੀ ਅਮਲ ਗਿਆ ਵੀ ਇਹਨਾਂ ਦਾ ਤੇਜ ਪ੍ਰਤਾਪ ਹੋਣ ਤੋਂ ਬਾਅਦ ਖਤਮ ਹੋ ਜਾਣਾ ਹੈ। ਪਟ ਕਰ ਤਤ ਛਨਾ ਲੀਰ ਜੋ ਕਰਮ ਹੈ। ਨਾਲੇ ਸਤਿਗੁਰੂ ਜੀ ਇਹ ਬਚਨ ਕਰਦੇ ਹਨ। ਨਾਲ ਦੀ ਨਾਲ ਉਹ ਲੀਰਾਂ ਪਾੜ ਪਾੜ ਕਰਕੇ ਅਗਨੀ ਦੇ ਵਿੱਚ ਪਾ ਰਹੇ ਸੀ। ਅਗਨ ਵਿਖੇ ਪਟ ਡਾਰ ਦਇਆ। ਸਾਰੇ ਜਿਹੜੇ ਨੀਲੇ ਵਸਤਰ ਪਾਏ ਹੋਏ ਸੀ ਮਹਾਰਾਜ ਨੇ ਪਹਿਲਾਂ ਸਰੀਰ ਤੇ ਲੀਰ ਲੀਰ ਕਰਕੇ ਉਹਨਾਂ ਦੀ ਸਾਰੀ ਇਹ ਅੱਗ ਦੇ ਵਿੱਚ ਪਾ ਦਿੱਤੀ ਹੈ। ਪੁਨਹ ਪਾੜ ਕਰ ਤਿਮ ਹੀ ਪਠ ਕਰ। ਉਹ ਮੈਂ ਮਹਾਰਾਜ ਨਾਲੇ ਬਚਨ ਕਰੀ ਜਾਂਦੇ ਹਨ। ਨਾਲੇ ਉਹਨਾਂ ਵਸਤਰਾਂ ਦੀ ਜਿਹੜੇ ਸੀ ਨੀਲੇ ਰੰਗ ਦੇ ਲੀਰ ਲੀਰ ਕਰਕੇ ਅੱਗ ਦੇ ਵਿੱਚ ਸਾੜ ਦਿੱਤੇ ਨੇ। ਪਾਵਕ ਪਾਵਤ ਛਾਰ ਕਿਆ। ਛਾਰ ਕਿਆ ਉਹ ਸਾਰਾ ਜਿਹੜਾ ਵਸਤਰ ਅੱਗ ਦੇ ਵਿੱਚ ਪਾ ਕਰਕੇ ਮਾਰਨ ਨੇ ਸੁਆਹ ਕਰ ਦਿੱਤਾ ਸੀ। ਚੀਰਤ ਚੀਰ ਕਰਤ ਲਗ ਲਗ ਕੋ। ਛੋਟੀਆਂ ਛੋਟੀਆਂ ਲੀਰਾਂ ਉਹਨਾਂ ਨੀਲੇ ਵਸਤਰ ਦੀਆਂ ਕਰ ਦਿੱਤੀਆਂ ਸਨ। ਅਚਰਜ ਸਭ ਕੀ ਰਿਧਿ ਭਇਆ। ਅਚਰਜ ਸਭ ਕੇ ਹਿਰਦੈ ਭਇਆ। ਸੁਣ ਸੁਣ ਕਰਕੇ ਬਚਨ ਸੰਗਤਾਂ ਵੀ ਬਾਬਾ ਕੌਲਦਾਸ ਜੀ ਬਾਂਦੀ ਵਿੱਚ ਬੜੇ ਹੈਰਾਨ ਹੋ ਰਹੇ ਸੀ। ਸੁਣਤ ਬਚਨ ਯਾਰ ਕਿਰਿਆ ਬਿਲੋਕਤ। ਜਿਵੇਂ ਜਿਵੇਂ ਮਹਾਰਾਜ ਨੇ ਐਸਾ ਅਚਰਜ ਖੇਲ ਵਰਤਾਉਂਦਿਆਂ ਹੋਇਆ ਇਹ ਜਿਹੜੀ ਕਿਰਿਆ ਆਪਣੇ ਕਰ ਕਮਲਾਂ ਦੇ ਨਾਲ ਕੀਤੀ ਵੀ ਲੀਰ ਪਾੜ ਵਰਗੇ ਉਸੇ ਤਰ੍ਹਾਂ ਉਹ ਜਿਹੜਾ ਸਾਰਾ ਵਸਤਰ ਅੰਗੀਠੇ ਦੇ ਵਿੱਚ ਪਾ ਕੇ ਸੁਆਹ ਕਰ ਦਿੱਤਾ ਹੈ। ਔਰ ਸੰਸੈ ਜੁਤ ਕੌਲ ਭਇਆ। ਇਹ ਸੁਣ ਕਰਕੇ ਬਾਬਾ ਕੌਲਦਾਸ ਜੀ ਦੇ ਮਨ ਦੇ ਅੰਦਰ ਬੜਾ ਇੱਕ ਸੰਸਾ ਖੜਾ ਹੋ ਗਿਆ ਸੀ। ਵਿਪਰੈ ਤੁਕ ਕੋ ਪੜ ਪਠ ਸ਼੍ਰੀ ਮੁਖ। ਵੀ ਦੇਖੋ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਤਿੰਨੇ ਲੋਕਾਂ 14 ਭਵਨਾਂ ਦੇ ਮਾਲਕ ਗੁਰੂ ਬਾਬਾ ਜੀ ਦੇ ਦੇਖੋ ਇਹ ਬਚਨ ਹੀ ਉਲਟਾ ਕਰਕੇ ਰੱਖ ਦਿੱਤੇ ਹਨ। ਪਾਰ ਪਾਰ ਪਟ ਜਾਰ ਦਇਆ। ਕੱਲਾ ਕੱਲਾ ਬਸਤਰ ਲੀਰ ਕਰ ਕਰਕੇ ਸਾਰਾ ਹੀ ਅਗਨੀ ਦੇ ਵਿੱਚ ਸਾੜ ਦਿੱਤਾ ਹੈ। ਸਗਲੋ ਫੋਕ ਚੁਕੇ ਨੀਲਾਂਬਰ। ਜਦੋਂ ਮਹਾਰਾਜ ਨੇ ਉਹ ਨੀਲੇ ਸਾਰੇ ਹੀ ਵਸਤਰ ਅੱਗ ਦੇ ਵਿੱਚ ਪਾ ਕਰਕੇ ਸਾੜ ਦਿੱਤੇ ਸੀ। ਤਨਕ ਤਿਸੀ ਤੇ ਰਾਖ ਲਿਆ। ਇੱਕ ਛੋਟੀ ਜੀ ਜਿਹੜੀ ਲੀਰ ਉਹ ਬਾਕੀ ਰਹਿ ਗਈ ਹੈ। ਕਈ ਇਤਿਹਾਸਕਾਰਾਂ ਦੀ ਇਹ ਵੀ ਵਿਚਾਰ ਹੈ ਵੀ ਉਹ ਜਿਹੜੀ ਛੋਟੀ ਜੀ ਬਾਕੀ ਲੇਰਾ ਬਚੀ ਉਹ ਫਿਰ ਭਾਈ ਮਾਨ ਸਿੰਘ ਜੀ ਨੇ ਮਹਾਰਾਜ ਦੇ ਅੱਗੇ ਬੇਨਤੀ ਕਰਕੇ ਮੰਗ ਲਈ ਸੱਚੇ ਪਾਤਸ਼ਾਹ ਮਾੜੀ ਜੀ ਲੀਰ ਮੈਨੂੰ ਬਖਸ਼ ਦਿਓ। ਸੁਣ ਕਰਕੇ ਸਤਿਗੁਰੂ ਕਹਿਣ ਲੈ ਵੀ ਚੰਗਾ ਫਿਰ ਇੱਕ ਇਹੋ ਜਿਹਾ ਨਿਹੰਗ ਸਿੰਘਾਂ ਦਾ ਬਹੁਤ ਵੱਡਾ ਪੰਥ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੱਲ ਪਊ। ਜੋ ਤਾਂ ਇੱਕ ਛੋਟੀ ਜੀ ਨੀਲੇ ਰੰਗ ਦੀ ਲੀਰ ਆਪਣੇ ਪਾਸ ਰੱਖ ਲਈ ਹੈ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਮਹਾਨ ਕਰਨੀਆਂ ਵਾਲੇ ਮਹਾਂਪੁਰਖ ਵੀ ਪੈਦਾ ਹੋਣੇ ਹਨ। ਜਮਦਰ ਸੰਗ ਬੰਦ ਕਰ ਸੋ। ਉਹ ਜਿਹੜੀ ਛੋਟੀ ਜੀ ਲੀਰ
ਸਤਿਗੁਰੂ ਜੀ ਨੇ ਆਪਣੀ ਜਿਹੜੀ ਕਟਾਰ ਹੈ ਉਹਦੇ ਨਾਲ ਬੰਨ੍ਹ ਲਈ ਸੀ। ਪੰਥ ਬੀਖ ਹਿਤ ਸਭ ਨ ਛਇਆ। ਇਹੋ ਜਿਹਾ ਜਿਹੜਾ ਨਿਹੰਗ ਸਿੰਘਾਂ ਦਾ ਪੰਥ ਸ਼ੁਰੂ ਕਰਨ ਦੇ ਲਈ ਮਹਾਰਾਜ ਨੇ ਬਚਨ ਕਰ ਦਿੱਤੇ ਸੀ। ਚੌਪਈ ਕਹਿਤ ਕੌਲ ਮਾਮਾ ਉਰ ਸੰਦੀਹੋ। ਉਸ ਸਮੇਂ ਬਾਬਾ ਗੌਲਦਾਸ ਜੀ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਨ ਲੱਗੇ, ਮਹਾਰਾਜ ਵੀ ਆਪਦੇ ਸੁਣ ਕਰਕੇ ਬਚਨ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਵਹਿਮ ਪੈਦਾ ਹੋ ਗਿਆ। ਵਿਪਰੈ ਪਠੀ ਆਪ ਤੁਕ ਇਹੋ। ਦੇਖੋ ਆ ਜਿਹੜੀ ਗੁਰੂ ਬਾਬਾ ਜੀ ਦੀ ਉਚਾਰਨ ਕੀਤੀ ਹੋਈ ਤੁਕ ਆਪਨੇ ਉਲਟਾ ਕਰਕੇ ਪੜ੍ਹ ਦਿੱਤੀ ਹੈ। ਸ਼੍ਰੀ ਨਾਨਕ ਕੋ ਬਾਕ ਅਮੀਟ। ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਭਵਿੱਖਤ ਵਚਨਾਂ ਨੂੰ ਮਿਟਣ ਵਾਲਾ ਦਾ ਕੋਈ ਦੁਨੀਆ ਦੇ ਵਿੱਚ ਕਦੇ ਪੈਦਾ ਨਹੀਂ ਹੋਇਆ, ਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਜੰਮਣਾ ਵੀ ਜਿਹੜਾ ਸਤਿਗੁਰੂ ਜੀ ਦੇ ਬਚਨਾਂ ਨੂੰ ਉਲਟਾ ਸਕਦਾ ਹੈ। ਕੋਈ ਨਾ ਮੋਰ ਹੈ ਮਹਾ ਸਹੀਟ। ਸਤਿਗੁਰੂ ਜੀ ਦੇ ਬਚਨਾਂ ਨੂੰ ਤਾਂ ਦੇਵਤੇ ਵੀ ਦੇ ਤਿੰਨੇ ਲੋਕਾਂ 14 ਭਵਨਾਂ ਦੇ ਵਿੱਚ ਸਾਰਿਆਂ ਨੇ ਹੀ ਪ੍ਰਵਾਨ ਕੀਤਾ ਸੀ। ਵਿਪਰੈ ਪਠੀ ਚਾਰਹੂ ਬਰਨ। ਪਰ ਜਦੋਂ ਬਾਬਾ ਰਾਮ ਰਾਏ ਜੀ ਨੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ 'ਚ ਜਿੱਥੇ ਸਤਿਗੁਰੂ ਜੀ ਨੇ ਬਚਨ ਕੀਤੇ ਹੋਏ ਹਨ, ਮਿੱਟੀ ਮੌਸਲ ਮਾਨ ਕੀ ਪੈੜਾ ਪਈ ਘੁਮਿਆਰ, ਬਾਬਾ ਰਾਮ ਰਾਏ ਜੀ ਨੇ ਉਸ ਸਮੇਂ ਸੋਚਿਆ ਵੀ ਜੇ ਮੈਂ ਸਹੀ ਬਚਨ ਗੁਰੂ ਬਾਬਾ ਜੀ ਦੇ ਪੜ੍ਹਤੇ ਆ ਬਾਦਸ਼ਾਹ ਔਰੰਗਜ਼ੇਬ ਮੇਰੇ ਉੱਪਰ ਨਾਰਾਜ਼ ਹੋ ਜੂ। ਜਿਹੜਾ ਇਤਨੀ ਮਾਇਆ ਮੈਨੂੰ ਮਿਲਦੀ ਹੈ ਉਹ ਵੀ ਨਾਲ ਦੀ ਨਾਲ ਇਹਨੇ ਹਟਾ ਦੇਣੀ ਹੈ। ਉਸ ਵਕਤ ਮੁਸਲਮਾਨ ਦੀ ਥਾਂ 'ਤੇ ਬਾਬਾ ਰਾਮ ਰਾਏ ਜੀ ਨੇ ਬੇਈਮਾਨ ਚਾਰ ਜਿਹੜੇ ਲਫ਼ਜ਼ ਚਾਰ ਅੱਖਰ ਆਪਣੇ ਬਦਲੋ ਬਦਲੇ ਸਨ। ਸ਼੍ਰੀ ਹਰਿ ਰਾਈ ਸੁਨੇ ਜਬ ਕਰਨ। ਬਾਬਾ ਕੌਲਦਾਸ ਜੀ ਇਹ ਬੇਨਤੀ ਕਰਦੇ ਨੇ ਆਪਣੇ ਵੱਲੋਂ, ਸੱਚੇ ਪਾਤਸ਼ਾਹ ਵੀ ਦੇਖੋ ਚਾਰ ਜਿਹੜੇ ਅੱਖਰ ਹੀ ਬਾਬਾ ਰਾਮ ਰਾਏ ਜੀ ਨੇ ਜਦੋਂ ਉਲਟਾ ਦਿੱਤੇ ਸੀ ਉਸ ਸਮੇਂ ਫਿਰ ਸੁਣਨ ਅਨੁਸਾਰ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਦੇ ਮਨ ਦੇ ਵਿੱਚ ਕਿਤਨੀ ਨਾਰਾਜ਼ਗੀ ਪੈਦਾ ਹੋਈ। ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਗੁਰਤਾ ਗੱਦੀ ਤੋਂ ਵੀ ਖਾਰਜ ਕਰ ਦਿੱਤਾ ਸੀ। ਰਾਮ ਰਾਈ ਕੋ ਤਿਆਗਿਓ ਐਸੀ। ਜਦੋਂ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਸੁਣਿਆ ਵੀ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦਾ ਕੋਈ ਆਪਣੇ ਵੱਲੋਂ ਦੇਖੋ ਅਦਬ ਸਤਿਕਾਰ ਨਹੀਂ ਰੱਖਿਆ, ਕਿਹੋ ਜਿਹਾ ਬਚਨ ਕਹਿ ਦਿੱਤੇ ਮਹਾਰਾਜ ਨੇ ਵੀ ਅੱਜ ਤੋਂ ਬਾਅਦ ਸਾਡੇ ਆ ਕੇ ਮੱਥੇ ਨਾ ਲੱਗੇ ਜਿਹਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜੇ ਚਾਰ ਹੀ ਅੱਖਰ ਬਦਲੇ ਸਨ। ਨਿਜ ਮੁਖ ਲਗਨ ਨਾ ਦੀਨਸ ਕੈਸੀ। ਕਦੇ ਵੀ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਮਹਾਰਾਜ ਨੇ ਫਿਰ ਮੱਥੇ ਨਹੀਂ ਲੱਗਣ ਦਿੱਤਾ ਸੀ। ਨਹਿ ਬੈਠਾਇਸ ਗੁਰਤਾ ਗਾਦੀ। ਨਾਲ ਦੀ ਨਾਲ ਬਾਬਾ ਰਾਮ ਰਾਏ ਜੀ ਨੂੰ ਗੁਰਤਾ ਗੱਦੀ ਤੋਂ ਵੀ ਫਿਰ ਸਤਿਗੁਰੂ ਜੀ ਨੇ ਖਾਰਜ ਕਰ ਦਿੱਤਾ। ਸ਼੍ਰੀ ਹਰਿ ਕ੍ਰਿਸ਼ਨ ਭਈ ਅਹਲਾਦੀ। ਫਿਰ ਅੱਗੇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸਿੰਘਾਸਨ ਗੁਰਤਾ ਗੱਦੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਪ੍ਰਾਪਤ ਹੋਈ ਸੀ। ਤੁਮਨੇ ਸਗਰੀ ਤੁਕ ਉਲਟਾਈ। ਬਾਬਾ ਕੌਲਦਾਸ ਜੀ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਵੀ ਆਪ ਨੇ ਤਾਂ ਇਹ ਸਾਰੀ ਤੁਕ ਹੀ ਬਦਲ ਕਰਕੇ ਰੱਖ ਦਿੱਤੀ ਹੈ। ਇਮ ਅਨੁਚਿਤ ਹਮ ਸਹਿ ਨ ਸਕਾਈ। ਇਹ ਜਿਹੜੀ ਉਹ ਜੋਗ ਵਾਰਤਾ ਸਾਡੇ ਕੋਲੋਂ
ਬਰਦਾਸ਼ਤ ਨਹੀਂ ਹੁੰਦੀ ਹੈ। ਸੁਨ ਕਰ ਕਿਰਪਾ ਨਿਧਾਨ ਬਖਾਨਾ, ਸੋਣ ਕਰਕੇ ਤਿੰਨੇ ਲੋਕਾਂ ਦੇ ਮਾਲਕ ਕਿਰਪਾ ਦੇ ਖਜ਼ਾਨੇ ਦਸ਼ਮੇਸ਼ ਪਿਤਾ ਨੇ ਆਪਣੇ ਵੱਲੋਂ ਬਚਨ ਕੀਤਾ ਸੀ ਬਾਬਾ ਕੌਲਦਾਸ ਜੀ ਦੇ ਪਾਸ ਰਾਮ ਰਾਈ ਕਹਿਬੋ ਜਗ ਜਾਨਾ। ਵੀ ਦੇਖੋ ਜਿਹੜੇ ਬਚਨ ਬਾਬਾ ਰਾਮ ਰਾਏ ਜੀ ਨੇ ਉਚਾਰਨ ਕੀਤੇ ਵੀ ਉਹਨਾਂ ਨੂੰ ਤਾਂ ਫਿਰ ਸਾਰੇ ਜਿਹੜੇ ਜਗ ਦੇ ਲੋਕ ਆਪਣੇ ਆਪ ਜਾਣਦੇ ਹਨ। ਕਰਨ ਤੁਰਕੜੀ ਹੀਤ ਖੁਸ਼ਾਮਦ, ਬਾਬਾ ਰਾਮ ਰਾਏ ਜੀ ਨੇ ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਾਮਦ ਕਰਨ ਦੇ ਲਈ ਉਸ ਸਮੇਂ ਫਿਰ ਕਹਿ ਦਿੱਤਾ ਵੀ ਮਿੱਟੀ ਬੇਈਮਾਨ ਕੀ ਜਿੱਥੇ ਮਹਾਰਾਜ ਨੇ ਮੁਸਲਮਾਨ ਦੀ ਲਿਖਿਆ ਹੋਇਆ ਹੈ। ਬਾਬਾ ਰਾਮ ਰਾਏ ਜੀ ਨੇ ਇੱਕੋ ਇੱਕ ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਾਮਦ ਕਰਨ ਵਾਸਤੇ ਗੁਰੂ ਬਾਬਾ ਜੀ ਦੇ ਇਹ ਜਿਹੜੇ 4 ਅੱਖਰ ਬਦਲੇ ਸਨ। ਹਰ ਕਾਬਨ ਜਿਸ ਤੇ ਬਹੁ ਆਮਦ, ਸੋਚਿਆ ਵੀ ਜੇ ਮੈਂ ਮਿੱਟੀ ਮੁਸਲਮਾਨ ਕੀ ਪੈੜਾ ਪਈ ਕੁਮਿਆਰ ਘੜ ਪਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ। ਉਹ ਸਮੇਂ ਬਾਬਾ ਰਾਮ ਰਾਏ ਜੀ ਨੇ ਸੋਚਿਆ ਵੀ ਮੇਰੀ ਆਮਦਨ ਮੇਰਾ ਜਿਹੜਾ ਇਤਨਾ ਲੱਗਿਆ ਹੋਇਆ ਧਨ ਸ਼ਾਹੀ ਖਜ਼ਾਨੇ 'ਚੋਂ ਨਾਲ ਦੀ ਨਾਲ ਬੰਦ ਹੋ ਜਾਣਾ। ਜੇ ਮੈਂ ਸਹੀ ਅਰਥ ਇਸ ਤੁਕ ਦੇ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾਉਂਗਾ, ਉਹਦੀ ਖੁਸ਼ਾਮਦ ਦੇ ਵਿੱਚ ਆ ਕੇ ਬਾਬਾ ਰਾਮ ਰਾਏ ਜੀ ਨੇ ਫਿਰ ਉੱਥੇ ਮਿੱਟੇ ਬੇਈਮਾਨ ਦੀ ਆਪਣੀ ਰਸਨਾ ਤੋਂ ਕਹਿ ਦਿੱਤਾ ਸੀ। ਸਤਿਗੁਰ ਕੀ ਤੁਕ ਤਿਨ ਉਲਟਾਈ, ਉਸ ਸਮੇਂ ਬਾਬਾ ਰਾਮ ਰਾਏ ਜੀ ਨੇ ਉਹਦਾ ਇੱਕ ਬਸ ਅਦਬ ਸਤਿਕਾਰ ਰੱਖਣ ਵਾਸਤੇ ਹੀ ਹੈ ਬਚਨ ਪਰੀ ਕਚਹਿਰੀ ਦੇ ਵਿੱਚ ਕਹਿ ਦਿੱਤੇ ਸਨ। ਭਈ ਸਜਾਏ ਨਾ ਗੁਰਤਾ ਪਾਈ, ਇਸ ਕਰਕੇ ਉਹਨਾਂ ਨੂੰ ਫਿਰ ਸਜ਼ਾ ਵੀ ਇਹੋ ਜਿਹੀ ਪ੍ਰਾਪਤ ਹੋਈ, ਜਿਸ ਕਰਕੇ ਗੁਰਤਾ ਗੱਦੀ ਤੋਂ ਵੀ ਖਾਲੀ ਰਹਿ ਗਏ ਸਨ। ਪਹਿਲਾਂ ਹੀ ਸਤਵੇਂ ਗੁਰੂ ਨਾਨਕ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਸਮਝਾਇਆ, ਬੇਟਾ ਵੀ ਦੇਖ ਤੈਂ ਇੱਕ ਜ਼ਾਲਮ ਪਾਪੀ ਦੁਸ਼ਟ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ 'ਚ ਜਾਣਾ, ਤੈਨੂੰ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਖਜ਼ਾਨੇ 'ਚੋਂ ਨਾ ਬੇਅੰਤ ਜਿਹੜੇ ਭੰਡਾਰੇ ਬਖਸ਼ੇ ਨੇ, ਜਿਵੇਂ ਤੂੰ ਕਹੇਂਗਾ ਉਸੇ ਤਰ੍ਹਾਂ ਦੀ ਬਿਧ ਬਣ ਜਾਏਗੀ। ਜੇ ਤੂੰ ਸਮੁੰਦਰ ਖਾਲੀ ਕਰਨੇ ਚਾਹੇ ਸਮੁੰਦਰ ਵੀ ਖਾਲੀ ਹੋ ਸਕਦੇ ਹਨ, ਪਰ ਕਦੇ ਵੀ ਤੁਰਕੜਾ ਦੀ ਲਿਹਾਜ਼ ਦੇ ਵਿੱਚ ਜਾਵੇ ਉਹਦੀ ਖੁਸ਼ਾਮਦ ਦੇ ਵਿੱਚ ਆ ਕਰਕੇ ਉਹ ਜਿਹਾ ਬਚਨ ਨਹੀਂ ਕਰਨਾ ਜਿਹਦੇ ਵਿੱਚ ਗੁਰੂ ਬਾਬਾ ਜੀ ਦੇ ਦਰ ਕਰਦੀ ਤੋਹੀਨ ਹੋ ਜਾਏ। ਉਹ ਜਿਹੜੇ ਬਚਨ ਬਾਬਾ ਰਾਮ ਰਾਏ ਜੀ ਨੇ ਤਾਂ ਭੁਲਾ ਹੀ ਦਿੱਤੇ ਸਨ, ਇਸ ਕਰਕੇ ਫਿਰ ਗੁਰਤਾ ਗੱਦੀ ਤੋਂ ਖਾਲੀ ਰਹਿ ਗਏ ਸੀ। ਹਮ ਤੋ ਇਸ ਤੁਕ ਹਿਤ ਉਲਟਾਵਨ, ਸਤਿਗੁਰੂ ਜੀ ਕਹਿ ਲਗੇ ਬਾਬਾ ਜੀ ਵੀ ਦੇਖੋ ਅਸੀਂ ਤਾਂ ਇਸ ਤੁਕ ਨੂੰ ਬਦਲਣ ਦੇ ਲਈ ਆਪਣਾ ਸਾਰਾ ਹੀ ਜਿਹੜਾ ਸਰਬੰਸ ਕੁਰਬਾਨ ਕਰ ਦਿੱਤਾ ਹੈ। ਸਕਲ ਸਮਿਗਰੀ ਕੀਨ ਲੁਟਾਵਨ, ਕਿਤਨੇ ਵੱਡੇ ਵੱਡੇ ਕੁੱਗ ਵਸਦੇ ਹੋਏ ਨਗਰ ਉਹ ਵੀ ਤਿਆਗ ਦਿੱਤੇ ਹਨ। ਚਾਰੋਂ ਪੋਤ ਦੀਏ ਇਸ ਕਾਜੂ, ਜੋ ਪਰਮਾਤਮਾ ਨੇ 4 ਸਾਹਿਬਜ਼ਾਦੇ ਬਖਸ਼ੇ ਹੋਏ ਸੀ ਉਹ ਵੀ ਦੇ ਲਓ, ਫਿਰ ਅਸੀਂ ਧਰਮ ਦੇ ਲਈ ਕੁਰਬਾਨ ਕਰਵਾ ਦਿੱਤੇ ਹਨ। ਕੌਣ ਗਿਨੈ ਸਭ ਸਦਨ ਸਮਾਜੋ, ਕਿਹੜਾ ਕਿਹੜਾ ਸਾਜੋ ਸਮਾਜ ਤੁਹਾਨੂੰ ਗਿਣ ਕਰਕੇ ਦੱਸੀਏ ਵੀ ਅਸੀਂ ਇਹ ਜਿਹੜਾ ਸਾਰਾ ਸਰਬੰਸ ਕੇਵਲ ਤੇ ਕੇਵਲ ਧਰਮ ਦੀ ਰੱਖਿਆ ਕਰਨ ਦੇ ਲਈ ਆਪਣੇ ਵੱਲੋਂ
ਕੁਰਬਾਨ ਕੀਤਾ ਹੈ। ਨਾਸ਼ ਕਰਿਓ ਸਰਬੰਸ ਸਮੀਤ। ਕੋਈ ਵੀ ਇਹੋ ਜੀ ਵਸਤੂ ਅਸੀਂ ਆਪਣੇ ਪਾਸ ਨਹੀਂ ਰੱਖੀ ਹੈ। ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਤਿਲਕ ਜੰਜੂ ਰਾਖਾ ਪ੍ਰਭ ਧਾਕਾ, ਕਿੰਨਾ ਬੜਾ ਕੁਲੂ ਮੈਂ ਸਾਕਾ। ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਇਹ ਵੀ ਵਚਨ ਸਤਿਗੁਰੂ ਜੀ ਨੇ ਉਸ ਵਕਤ ਬਾਬਾ ਕੌਲਦਾਸ ਜੀ ਨੂੰ ਆਪਣੇ ਵੱਲੋਂ ਯਾਦ ਕਰਵਾਏ ਵੀ ਧਰਮ ਦੇ ਬਾਤਿਤਾ ਦੇ ਸਾਡੇ ਪਿਤਾ ਨੇ ਕਿਤਨੀ ਬੜੀ ਮਹਾਨ ਕੁਰਬਾਨੀ ਕੀਤੀ ਹੈ। ਆਪੀ ਨਹਿ ਉਲਟਾਵਨ ਦਿੱਤੀ। ਅਜੇ ਤੱਕ ਵੀ ਸਾਨੂੰ ਤੁਸੀਂ ਆਪਣੇ ਵੱਲੋਂ ਇਹ ਜਿਹੜੇ ਬਚਨ ਬਦਲਣ ਦਾ ਕੋਈ ਵੀ ਅਧਿਕਾਰ ਨਹੀਂ ਬਖਸ਼ਦੇ ਹੋ। ਸ਼੍ਰੀ ਬਾਬਾ ਨਾਨਕ ਬਚ ਪਾਖਾ। ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਬਚਨ ਆਪਣੀ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਭਇਓ ਬਿਦਤ ਜਗ ਮਹਿ ਸਭ ਲਾਖਾ। ਸਤਿਗੁਰੂ ਜੀ ਦੇ ਨੀਲ ਬਸਤਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਇਹਨਾਂ ਬਚਨਾਂ ਨੂੰ ਦੁਨੀਆ ਦੇ ਵਿੱਚ ਕੋਈ ਵੀ ਭੁੱਲਿਆ ਨਹੀਂ ਹੋਇਆ ਵੀ ਜਿਹੜੇ ਤੁਰਕ ਮੁਗਲ ਪਠਾਨ ਉਹਨਾਂ ਦਾ ਕਿਤਨਾ ਤੇਜ ਪ੍ਰਤਾਪ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਵਧਿਆ ਹੋਇਆ ਸੀ। ਮੁਗਲ ਪਠਾਨ ਰਾਜ ਕਲ ਕਾਲਾ। ਜਿਹੜਾ ਹੁਣ ਕਲਯੁਗ ਦੇ ਟਾਈਮ 'ਚ ਇਹਨਾਂ ਤੁਰਕਾ ਮੁਗਲਾਂ ਪਠਾਨਾਂ ਨੇ ਕਿਤਨਾ ਵੱਡਾ ਆਪਣਾ ਰਾਜ ਭਾਗ ਕਾਇਮ ਕੀਤਾ ਹੋਇਆ ਸੀ। ਸਭ ਅਬਨੀ ਮਹਿ ਤੇਜ ਵਿਸਾਲਾ। ਹੁਣ ਵੀ ਦੇਖੋ ਇਹਨਾਂ ਦਾ ਕਿਤਨਾ ਤੇਜ ਪ੍ਰਤਾਪ ਧਰਤੀ ਦੇ ਉੱਪਰ ਚਾਰੇ ਪਾਸੇ ਵਧਿਆ ਹੋਇਆ ਹੈ। ਕਹਿਓ ਬਾਕ ਤਿਨ ਕੋ ਅਬ ਪੀਰਾ। ਹੁਣ ਜੋ ਸਤਿਗੁਰੂ ਜੀ ਨੇ ਇਹਨਾਂ ਨੂੰ ਆਪਣੇ ਵੱਲੋਂ ਇਹ ਬਚਨ ਵੀ ਕੀਤੇ ਸਨ। ਜਿਸ ਤੇ ਤੁਰਕਨ ਮੂਲ ਉਖੀਰਾ। ਹੁਣ ਅਸੀਂ ਇਹਨਾਂ ਬਚਨਾਂ ਦੁਆਰਾ ਤੁਰਕਾਂ ਮੁਗਲਾਂ ਪਠਾਨਾਂ ਦਾ ਜਿਹੜਾ ਮੁੱਢ ਹੀ ਉਹ ਖਾੜ ਕਰਕੇ ਰੱਖ ਦਿੱਤਾ ਹੈ। ਰਾਖੀ ਹਿੰਦਨ ਕੀ ਵਡਿਆਈ। ਧਰਤੀ ਦੇ ਉੱਪਰ ਹਿੰਦੂਆਂ ਦੀ ਜਿਹੜੀ ਵਡਿਆਈ ਇਹ ਸਦਾ ਵਾਸਤੇ ਅਸੀਂ ਕਾਇਮ ਰੱਖ ਦਿੱਤੀ ਹੈ। ਭਇਓ ਧਰਮ ਤਿਰ ਕਿਉਂ ਹੋ ਨਾ ਜਾਈ। ਹੁਣ ਜਿਹੜਾ ਸਨਾਤਨ ਧਰਮ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਸਥਿਰ ਰਹੂਗਾ। ਹੁਣ ਇਹਦਾ ਕਦੇ ਵੀ ਨਾਸ ਨਹੀਂ ਹੋਣਾ ਹੈ। ਪੰਥ ਖਾਲਸਾ ਉਤਪਤ ਹੋਵਾ। ਜੋ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਅਸੀਂ ਆ ਜਿਹੜਾ ਤੀਸਰਾ ਖਾਲਸਾ ਪੰਥ ਵੀ ਸਾਧ ਦਿੱਤਾ ਹੈ। ਤੁਰਕ ਪ੍ਰਤਾਪ ਉਲਟ ਬਚ ਖੋਵਾ। ਹੁਣ ਸਹਿਜੇ ਸਹਿਜੇ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦਾ ਇਹ ਤੇਜ ਪ੍ਰਤਾਪ ਬਿਲਕੁਲ ਹੀ ਹਿੰਦੁਸਤਾਨ ਦੇ ਵਿੱਚੋਂ ਅਲੋਪ ਹੋ ਜਾਣਾ ਹੈ। ਇਹ ਤੁਮ ਕਹੋ ਭਲੀ ਕੈ ਬੁਰੀ। ਸਤਿਗੁਰੂ ਜੀ ਪੁੱਛਣ ਲੱਗੇ ਬਾਬਾ ਕੌਲਦਾਸ ਜੀ ਉਹ ਦੱਸੋ ਵੀ ਅਸੀਂ ਚੰਗਾ ਵਚਨ ਕੀਤਾ ਹੈ ਜਾਂ ਫਿਰ ਇਹਦੇ ਵਿੱਚ ਕੋਈ ਇਹੋ ਜਿਹੀ ਤੁਹਾਨੂੰ ਬੁਰਾਈ ਸਾਹਮਣੇ ਨਜ਼ਰ ਆਉਂਦੀ ਹੈ। ਇਹਨਾਂ ਵਚਨਾਂ ਦੁਆਰਾ ਅਸੀਂ ਤਾਂ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦਾ ਜਿਹੜਾ ਤੇਜ ਪ੍ਰਤਾਪ ਨਾਸ ਕੀਤਾ ਹੈ। ਸੁਣਤ ਕੌਲ ਤਬ ਤੂਸ਼ਨ ਧਰੀ। ਸੁਣ ਕਰਕੇ ਸਤਿਗੁਰੂ ਜੀ ਦਾ ਗਮੇ ਵਚਨ ਬਾਬਾ ਕੌਲਦਾਸ ਜੀ ਬਿਲਕੁਲ ਖਾਮੋਸ਼ ਹੋ ਗਏ ਸਨ। ਪਰ ਪੂਰਬ ਸਭ ਹਿਰਦੈ ਵਿਚਾਰਿਓ। ਹੁਣ ਜਿਹੜੀ ਪਹਿਲਾਂ ਦੀ ਹਕੀਕਤ ਉਸੇ ਵਕਤ ਬਾਬਾ ਕੌਲਦਾਸ ਜੀ ਦੇ ਮਨ ਦੇ ਵਿੱਚ ਯਾਦ ਆ ਗਈ ਹੈ। ਇਨਹੋ ਜਤਾਰਥ ਬਾਕ ਉਚਾਰਿਓ। ਇਹ ਦਸ਼ਮੇਸ਼ ਪਿਤਾ ਨੇ ਇਹ ਜਥਾ ਜੋਗ ਹੀ ਆਪਣੀ ਰਸਨਾ ਤੋਂ
ਬਚਨ ਕੀਤੇ ਹਨ। ਪਰ ਉਪਕਾਰ ਹੀਤ ਕ੍ਰਿਤ ਐਸੀ। ਇਹ ਜਿਹੜੀ ਕਿਰਤ ਸਤਿਗੁਰੂ ਜੀ ਨੇ ਗਰੀਬਾਂ ਮਜ਼ਲੂਮਾਂ ਅਨਾਥਾਂ ਦੀ ਰੱਖਿਆ ਕਰਨ ਵਾਸਤੇ ਕੀਤੀ ਹੈ। ਕੌਣ ਸਹਿ ਸੰਕਟ ਇਮ ਕੈਸੀ। ਬਾਬਾ ਕਾਲਦਾ ਜੀ ਸੋਚਣ ਲੱਗਿਆ ਵੀ ਦੇਖੋ ਇਤਨੇ ਵੱਡੇ ਵੱਡੇ ਦੁੱਖ, ਇਤਨੇ ਅਕੈ ਔਰ ਅਸਹਿ ਸੰਕਟ ਬਿਨਾਂ ਹੀ ਲੈਣ ਦੇਣ ਤੋਂ ਕਿਹੜਾ ਆਪਣੇ ਸੀਰ ਦੇ ਉੱਪਰ ਚੱਲ ਲੂ। ਕਿਹੋ ਜਿਹੀਆਂ ਮੁਸੀਬਤਾਂ ਸਤਿਗੁਰੂ ਜੀ ਦੇ ਸੀਰ ਦੇ ਉੱਪਰ ਪੈ ਚੁੱਕੀਆਂ ਹਨ। ਜਿਹੜਾ ਆਨੰਦਪੁਰ ਵਸਦਾ ਹੋਇਆ ਉਹ ਵੀ ਉਜੜ ਚੁੱਕਿਆ ਹੈ। ਇਸੇ ਤਰ੍ਹਾਂ ਜੋ ਸਤਿਗੁਰੂ ਜੀ ਦਾ ਕਿਤਨਾ ਵੱਡਾ ਪਰਿਵਾਰ ਉਹ ਵੀ ਥਾਂ ਥਾਂ 'ਤੇ ਖਿੰਡ ਚੁੱਕਿਆ ਸੀ। 2 ਸਾਹਿਬਜ਼ਾਦੇ ਮਹਾਰਾਜ ਦੇ ਸਾਰੇ ਜਾਣਦੇ ਹਨ। ਚਮਕੌਰ ਦੀ ਪਾਵਨ ਧਰਤੀ 'ਤੇ ਸ਼ਹੀਦ ਹੋਏ। 2 ਛੋਟੇ ਲਾਲ ਉਹਨਾਂ ਨੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਰਹੰਦ ਦੀ ਧਰਤੀ ਦੇ ਉੱਪਰ ਕਿਹੋ ਜਿਹੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ। ਉਹ ਜਿਹੜੇ ਸਾਰੇ ਕੌਤਕ ਬਾਬਾ ਕੌਲਦਾ ਜੀ ਦੇ ਮਨ ਦੇ ਵਿੱਚ ਜ਼ਿਆਦਾ ਗਏ ਹਨ। ਸਭ ਸੁਤ ਹਤਨ ਸਮਾਜ ਲੁਟਾਵਨ। ਜਿਵੇਂ ਜਿਵੇਂ ਸਤਿਗੁਰੂ ਜੀ ਦੇ ਚਾਰੇ ਲਾਲਾਂ ਨੇ ਕਿਤਨੀਆਂ ਵੱਡੀਆਂ ਵੱਡੀਆਂ ਸ਼ਹੀਦੀਆਂ ਇਹ ਧਰਮ ਦੇ ਵਾਸਤੇ ਹੀ ਆਪਣੇ ਵੱਲੋਂ ਦਿੱਤੀਆਂ ਸਨ। ਉਸ ਸਮੇਂ ਵਜੀਦੇ ਵਰਗਿਆਂ ਨੇ ਬਥੇਰੇ ਲੋਭ ਲਾਲਚ ਜੰਗੀਰਾਂ ਦੇ ਮੀਰ ਘਰਾਣੇ ਦੀਆਂ ਜਿਹੜੀਆਂ ਸ਼ਹਿਜ਼ਾਦੀਆਂ ਉਹਨਾਂ ਦੇ ਨਾਲ ਨਿਕਾਹ ਕਰਨ ਵਾਸਤੇ ਆਪਣੇ ਵੱਲੋਂ ਦਿੱਤੇ ਸੀ ਵੀ ਤੁਹਾਨੂੰ ਅਸੀਂ ਵੱਡੇ ਵੱਡੇ ਨਵਾਬ ਜੰਗੀਰਾਂ ਦੇ ਮਾਲਕ ਬਣਾ ਦਿਆਂਗੇ ਜੇ ਤੁਸੀਂ ਸਾਡਾ ਦੀਨ ਇਸਲਾਮ ਕਬੂਲ ਕਰ ਲਓਗੇ। ਬਾਬਾ ਕੌਲਦਾ ਜੀ ਨੇ ਸੋਚਿਆ ਪਰ ਗੁਰੂ ਕੇ ਲਾਲਾ ਨੇ ਕੋਈ ਵੀ ਹੋ ਜਿਹਾ ਲੋਭ ਲਾਲਚ ਮਨ ਦੇ ਵਿੱਚ ਧਾਰਨ ਨਹੀਂ ਕੀਤਾ ਸੀ। ਕੌਣ ਕਰੇ ਇਤੋ ਦੁਖ ਪਾਵਨ। ਕੌਣ ਇਤਨੇ ਵੱਡੇ ਵੱਡੇ ਦੁੱਖ ਕਿਹੜਾ ਦੁਨੀਆ ਦੇ ਵਿੱਚ ਆਪਣੇ ਸਿਰ ਦੇ ਉੱਪਰ ਚੱਲ ਸਕਦਾ ਹੈ। ਇਹ ਬਰ ਵੀਰ ਧੀਰ ਵੱਡ ਧਾਰੀ। ਪਤਾ ਲੱਗ ਗਿਆ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤਾਂ ਬਹੁਤ ਵੱਡੇ ਜ਼ੋਦੇ ਬਹਾਦਰ ਹਿਰਦੇ ਦੇ ਅੰਦਰ ਧੀਰਜ ਨੂੰ ਧਾਰਨ ਕਰਨ ਵਾਲੇ ਹਨ। ਦੀ ਸਰਬੰਸ ਪ੍ਰੀਤ ਨਹਿ ਹਾਰੀ। ਭਾਵੇਂ ਸਰਬੰਸ ਦਾ ਸਾਰਾ ਕੁਰਬਾਨ ਹੋ ਗਿਆ ਪਰ ਉਹ ਜਿਹੜੀ ਪ੍ਰੀਤੀ ਹਿਰਦੇ ਦੇ ਅੰਦਰ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਤੁਰਕ ਤੋਮ ਕੀ ਜੜਾਂ ਉਖਾਰੀ। ਇਹਨਾਂ ਨੇ ਤੁਰਕਾਂ ਮੁਗਲਾਂ ਪਠਾਣਾਂ ਦੀਆਂ ਹੁਣ ਹਿੰਦੁਸਤਾਨ ਦੇ ਵਿੱਚੋਂ ਜੜ੍ਹਾਂ ਹੀ ਪੱਟ ਦਿੱਤੀਆਂ ਹਨ। ਜਿਨ ਪਤ ਸ਼ਾਹਤ ਜਗਤ ਸੰਭਾਰੀ। ਜਿਨ੍ਹਾਂ ਨੇ ਕਈ ਪੁਸਤਾਂ ਤੋਂ ਹਿੰਦੁਸਤਾਨ ਦੇ ਵਿੱਚ ਇਹ ਜਿਹੜੀ ਬਾਦਸ਼ਾਹੀ ਸੰਭਾਲੀ ਹੋਈ ਹੈ। ਇਨ ਕੀ ਕ੍ਰਿਤ ਸੋ ਇਨਹੁ ਬਨੇ। ਬਾਬਾ ਕੌਲਦਾ ਜੀ ਸੋਚਣ ਲੱਗੇ ਵੀ ਇਹਨਾਂ ਦੀ ਵਡਿਆਈ ਇਹ ਹੁਣ ਆਪ ਖੁਦ ਸਤਿਗੁਰੂ ਜੀ ਜਾਣ ਸਕਦੇ ਹਨ। ਧਨ ਹੋਨ ਜਗ ਮਹਿ ਇਨ ਭਨੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਤਾਂ ਦੁਨੀਆ ਦੇ ਵਿੱਚ ਅਵਤਾਰ ਧਾਰਨ ਕਰਨਾ ਹੀ ਬੜੀ ਧਨਤਾ ਦੇ ਯੋਗ ਹੈ। ਦੋਹਰਾ ਕੀਤਕ ਵਸਤੂ ਸੰਗ ਗੁਰ ਕੌਲ ਧਾਮ ਤਰਵਾਈ। ਉਸ ਵਕਤ ਥੋੜਾ ਜਿਹਾ ਜਿਹੜਾ ਸਮਾਨ ਸਤਿਗੁਰੂ ਜੀ ਨੇ ਬਾਬਾ ਕੌਲਦਾ ਜੀ ਦੇ ਘਰ ਦੇ ਵਿੱਚ ਰਖਵਾ ਦਿੱਤਾ ਸੀ। ਕਰਿਓ ਕੋਚ ਡੇਰਾ ਤਬੈ ਚੜੀ ਸਿੰਘ ਸਮੁਦਾਈ। ਆ ਮਹਾਰਾਜ ਨੇ ਢਿਲਮਾ ਨਗਰ ਤੋਂ ਆਪਣਾ ਜਿਹੜਾ ਡੇਰਾ ਅੱਗੇ ਨੂੰ ਕੂਚ ਕਰ ਦਿੱਤਾ। ਚੌਪਈ ਸਹਿਜ ਸੁਭਾਇਕ ਵਿਚਰਤ ਚੱਲੀ। ਸਤਿਗੁਰੂ ਜੀ ਰੋਈਆਂ ਬੀਆਂ ਬਾਨਾਂ ਜੰਗਲਾਂ ਦੇ ਵਿੱਚ ਵਿਚਰਦੇ ਹੋਈ
ਅੱਗੇ ਨੂੰ ਜਾ ਰਹੇ ਹਨ। ਕਹੂੰ ਅਖੀਰ ਖੇਲਤੀ ਪਈ, ਕਦੇ ਕਦੇ ਸਤਿਗੁਰੂ ਜੀ ਦੌਰ ਦਰੇਡੇ ਜਾ ਕੇ ਸ਼ਿਕਾਰ ਵੀ ਖੇਡਣ ਲੱਗ ਜਾਂਦੇ ਸਨ। ਕਰਤ ਕਵਾਇਦ ਸ਼ਸਤਰਨ ਕੀਰੀ, ਕਈ ਦਫਾ ਆਪਣੇ ਯੋਧੇ ਸੂਰਮਿਆਂ ਦੇ ਕੋਲੋਂ ਘੋੜਿਆਂ ਦੀ ਜਾਂ ਫਿਰ ਸਤਰਾਂ ਦੀ ਕਵਾਇਦ ਭਾਵ ਇੱਕ ਦੂਜੇ ਦੇ ਨਾਲ ਦੋ ਜਥੇ ਬਣਾ ਕੇ ਮਹਾਰਾਜ ਉਹਨਾਂ ਦਾ ਆਪਸ ਵਿੱਚ ਹੀ ਹੈ ਬੜਾ ਮੁਕਾਬਲਾ ਵੀ ਕਰਵਾਉਣ ਲੱਗ ਜਾਂਦੇ ਸਨ ਵੀ ਦੇਖਦੇ ਹਾਂ ਤੁਹਾਡੇ 'ਚੋਂ ਕਿਹੜਾ ਜਥਾ ਫਤਿਹ ਪ੍ਰਾਪਤ ਕਰਦਾ ਹੈ, ਕਿਹੜਾ ਤੁਹਾਡੇ 'ਚੋਂ ਯੁੱਧ ਕਰਦਿਆਂ ਹਾਰੂਗਾ। ਇਹੋ ਜਿਹੇ ਕੌਤਕ ਵੀ ਮਹਾਰਾਜ ਕਈ ਦਫਾ ਰਾਹ ਦੇ ਵਿੱਚ ਆਪਣੇ ਖਾਲਸੇ ਕੋਲੋਂ ਕਰਵਾਉਣ ਲੱਗ ਜਾਂਦੇ ਸੀ। ਸਨੇ ਸਨੇ ਗਮਨੈ ਕਿਸ ਬੀਰੀ, ਕਦੇ ਕਦੇ ਸਤਿਗੁਰੂ ਜੀ ਸਹਿਜੇ ਸਹਿਜੇ ਅੱਗੇ ਨੂੰ ਤੁਰ ਪੈਂਦੇ ਹਨ। ਕੇਤਕ ਕੋਸ ਚੱਲ ਗ੍ਰਾਮਿਕ ਆਇਓ, ਜਦੋਂ ਕਈ ਕੋਹਾਂ ਦਾ ਪੈਂਡਾ ਮਹਾਰਾਜ ਨੇ ਤੈਅ ਕੀਤਾ, ਅੱਗੇ ਇੱਕ ਰਾਹ ਦੇ ਵਿੱਚ ਛੋਟਾ ਜਿਹਾ ਪਿੰਡ ਆ ਗਿਆ ਸੀ। ਪਿਖ ਬੈਰਾੜ ਸੰਗ ਫਰਮਾਇਓ, ਜਿਹੜੇ ਸੀ ਬੈਰਾੜ ਉਹਨਾਂ ਨੂੰ ਦੇ ਕਰਕੇ ਮਹਾਰਾਜ ਪੁੱਛਣ ਲੱਗੇ ਨੇ, ਕਹਾਂ ਗ੍ਰਾਮ ਕੋ ਨਾਮ ਬਖਾਨੋ, ਇਹ ਬਰਾੜੋ ਐਉਂ ਦੱਸੋ ਵੀ ਆ ਪਿੰਡ ਦਾ ਨਾਮ ਲੋਕਾਂ ਨੇ ਕੀ ਰੱਖਿਆ ਹੋਇਆ? ਤੁਮ ਇਤ ਰਹੋ ਭੀਦ ਸਭ ਜਾਨੋ, ਵੀ ਤੁਸੀਂ ਇਸ ਇਲਾਕੇ ਦੇ ਵਿੱਚ ਬਸਣ ਵਾਲੇ ਹੋ, ਸਾਰੇ ਪਿੰਡਾਂ ਦਾ ਤੁਹਾਨੂੰ ਭੇਤ ਵੀ ਹੈ। ਤਬ ਬੈਰਾੜ ਕਹਿਓ ਕੀ ਗ੍ਰਾਮੋ, ਉਹ ਸਮੇਂ ਕਹਿ ਲਗੇ ਸੱਚੇ ਪਾਤਸ਼ਾਹ ਵੀ ਇਹ ਤਾਂ ਐਵੇਂ ਚਾਰ ਕੁ ਝੁੰਗੀਆਂ ਜੈਤੋਂ ਤੋਂ ਆ ਕੇ ਵਸੀਆਂ ਹੋਈਆਂ ਨੇ, ਇਹਨਾਂ ਦੇ ਪਿੰਡ ਦੇ ਨਾਮ ਤੋਂ ਆਪਾਂ ਨੇ ਲੈਣਾ ਕੀ ਹੈ? ਚਾਰਕ ਚੁੰਗੀ ਕੇ ਬਸ ਤਾਮੋ, ਦੇਖੋ ਚਾਰ ਕੁ ਘਰ ਪਤਾ ਨਹੀਂ ਇਹ ਆ ਕਰਕੇ ਕਿਹੜੇ ਪਿੰਡ ਦੇ ਵਿੱਚ ਬਸ ਗਏ ਹਨ। ਕਹਾਂ ਨਾਮ ਇਸ ਕੋ ਕੁਛ ਹੋਈ, ਸੱਚਾ ਪਾਤਸ਼ਾਹ ਜਿੱਥੇ ਹੈਗੀਆਂ ਹੀ ਚਾਰ ਕੁ ਝੁੰਗੀਆਂ ਬਣੀਆਂ ਹੋਈਆਂ, ਉਹਦਾ ਹੁਣ ਨਾਮ ਕੀ ਹੋਣਾ ਹੈ? ਕੋ ਸੁਨ ਕਹਾਂ ਬਖਾਨੈ ਕੋਈ, ਮਹਾਰਾਜ ਹੁਣ ਚਾਰ ਕੁ ਝੁੰਗੀਆਂ ਦਾ ਤਾਂ ਕੋਈ ਆਪਣੇ ਵੱਲੋਂ ਨਾਂ ਵੀ ਨਹੀਂ ਰੱਖਿਆ ਕਰਦਾ ਹੈ। ਸ਼੍ਰੀ ਮੁਖ ਕਹਿਓ ਨਾ ਕਹੋ ਇਸ ਰੀਤ, ਮਹਾਰਾਜ ਕਹਿਣ ਲੱਗੇ ਬੈਰਾੜੋ ਇਹੋ ਜਿਹੇ ਬਚਨਾ ਤੁਸੀਂ ਆਪਣੀ ਜ਼ਬਾਨ ਤੋਂ ਕੋਈ ਵੀ ਤਾਮੀ ਚਾਰ ਕੁ ਝੁੰਗੀਆਂ ਜੀ ਇੱਥੇ ਰੋਈਆਂ ਦੇ ਵਿੱਚ ਬਸੀਆਂ ਹੋਈਆਂ ਹਨ। ਕੇਤਕ ਸਮਾਂ ਜਬ ਹੋਏ ਬਤੀਤ, ਜਦੋਂ ਨਾ ਥੋੜਾ ਜਿਹਾ ਸਮਾਂ ਬਤੀਤ ਹੋ ਜਾਣਾ, ਬਸ ਹੈ ਗ੍ਰਾਮ ਦੀਰਘ ਇਸ ਥਾਨ, ਜਿਹੜੀਆਂ ਹੁਣ ਤਾਂ ਭਾਵੇਂ ਤੁਹਾਨੂੰ ਚਾਰ ਕੀ ਝੁੰਗੀਆਂ ਬਣਾਈਆਂ ਹੋਈਆਂ ਨਜ਼ਰ ਆਉਂਦੀਆਂ ਹਨ, ਇੱਥੇ ਤਾਂ ਬਹੁਤ ਵੱਡਾ ਇੱਕ ਨਗਰ ਵਸ ਜਾਣਾ ਹੈ। ਉਪਜਹ ਸਿੰਘ ਸੋ ਵੀਰ ਮਹਾਨ, ਇਸ ਪਿੰਡ ਦੇ ਵਿੱਚ ਟੈਂ ਪਾ ਕੇ ਬਹੁਤ ਵੱਡੇ ਵੱਡੇ ਯੋਧੇ ਸੂਰਮੇ ਬਹਾਦਰ ਵੀ ਪੈਦਾ ਹੋਣੇ ਹਨ। ਆਗੇ ਥਲ ਉਤੰਗ ਇੱਕ ਆਇਓ, ਅੱਗੇ ਚਲਦਿਆਂ ਉੱਚਾ ਜਿਹਾ ਥੇ ਆ ਗਿਆ ਸੀ। ਤਹਾਂ ਅਰੂੜ ਤੁਰੰਗ ਟਿਕਾਇਓ, ਸਤਿਗੁਰੂ ਜੀ ਨੇ ਉਹਦੇ ਉੱਪਰ ਚੜ੍ਹ ਕੇ ਆਪਣਾ ਘੋੜਾ ਰੋਕ ਲਿਆ ਸੀ। ਤੀਛਨ ਤੀਰ ਨਿਖੰਗ ਨਿਕਾਰੀ, ਆਪਣੇ ਪੱਥੇ ਦੇ ਵਿੱਚੋਂ ਦਸ਼ਮੇਸ਼ ਪਿਤਾ ਨੇ ਇੱਕ ਤਿੱਖਾ ਜਿਹਾ ਤੀਰ ਕੱਢਿਆ ਸੀ। ਸੰਦ ਕੁਦੰਡ ਲਚ ਪਿਖ ਮਾਰੀ, ਆਪਣੇ ਧਨ ਦੇ ਵਿੱਚ ਜੋੜ ਕਰਕੇ ਜਦੋਂ ਇਹ ਤੀਰ ਚਲਾ ਦਿੱਤਾ ਸੀ, ਕੀਤ ਕਬਾਨ ਚਲਾਵਨ ਕਰੀ, ਮਹਾਰਾਜ ਨੇ ਹੋਰ ਵੀ ਜਿਹੜੇ ਕਈ ਤਿੱਖੇ ਤੀਰ ਆਪਣੇ ਪੱਥੇ ਦੇ ਵਿੱਚੋਂ ਕੱਢ ਕਰਕੇ ਚਲਾ ਦਿੱਤੇ ਸਨ। ਆਏ ਗ੍ਰਾਮ ਢਿੱਗ ਸਤਿਗੁਰ ਤੇਰੀ, ਇੱਕ ਪਿੰਡ ਦੇ ਵਿੱਚ ਪਹੁੰਚ ਕਰਕੇ ਸਤਿਗੁਰੂ ਜੀ ਟਿਕ ਗਏ ਸਨ। ਏਕ ਰਾਤ ਬਸ ਚੜੇ ਅਖੀਰ, ਉਹ ਸਮੇਂ ਇੱਕ ਰਾਤ ਬਸ ਕਰਕੇ ਮਹਾਰਾਜ ਨੇ ਫਿਰ ਸ਼ਿਕਾਰ
ਖੇਡਣ ਦੇ ਲਈ ਤਿਆਰੀ ਕਰ ਲਈ ਹੈ। ਇਹ ਤੋਤ ਵਿਚਰੀ ਹੱਥ ਮ੍ਰਿਗ ਕੀਰ ਜਰਾਈਆਂ ਬਿਆਵਾਨਾਂ ਦੇ ਵਿੱਚ ਕਈ ਜੀਵਾਂ ਦਾ ਵੀ ਸੰਘਾਰ ਕਰਕੇ ਸਤਿਗੁਰੂ ਜੀ ਨੇ ਉਹਨਾਂ ਦੀ ਕਲਿਆਣ ਕਰ ਦਿੱਤੀ ਹੈ। ਕੋਠਾ ਅਪਰ ਮਲੂਕਾ ਗ੍ਰਾਮੋ ਅੱਗੇ ਫਿਰ ਇੱਕ ਕੋਠਾ ਜਿਹਨੂੰ ਕਹਿੰਦੇ ਨੇ ਤੇ ਦੂਜਾ ਹੈ ਮਲੂਕਾ ਨਾਮ ਦਾ ਪਿੰਡ ਆ ਗਿਆ ਸੀ। ਵਿੱਚ ਦੋਨੋਂ ਕੀ ਕੀਨ ਮੁਕਾਮੋ ਸਤਿਗੁਰੂ ਜੀ ਨੇ ਗੁਰੂ ਕੇ ਕੋਠੇ ਔਰ ਮਲੂਕੇ ਪਿੰਡ ਦੇ ਐਨ ਸੈਂਟਰ ਦੇ ਵਿੱਚ ਆਪਣਾ ਡੇਰਾ ਲਗਾ ਦਿੱਤਾ ਹੈ। ਸੁੰਦਰ ਤੰਬੂ ਦਿਓ ਲਗਾਈ ਸੇਵਕਾਂ ਦਾਸਾਂ ਨੇ ਮਹਾਰਾਜ ਦੇ ਬਿਰਾਜਣ ਦੇ ਲਈ ਬੜਾ ਇੱਕ ਜਿਹੜਾ ਸੁੰਦਰ ਤੰਬੂ ਲਗਾ ਦਿੱਤਾ ਸੀ। ਉਤਰੀ ਸਿੰਘ ਚਹੂ ਦਿਸ਼ ਆਈ ਜੋਦੇ ਸੂਰਮਿਆਂ ਨੇ ਵੀ ਮਹਾਰਾਜ ਦੇ ਤੰਬੂ ਦੇ ਆਲੇ ਦੁਆਲੇ ਆਪੋ ਆਪਣੇ ਜਿਹੜੇ ਆਸਣ ਲਗਾ ਲਏ ਹਨ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਦੇ ਪਾਸ ਸ਼ਾਹੀ ਫੌਜਾਂ ਦੀ ਜਿਹੜੀ ਖਬਰ ਪੁੱਜਣੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਦੁਆਰਾ ਬੜਭਾਗਿਆ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਕੋਠਾ ਅਪਰ ਮਲੂਕਾ ਗ੍ਰਾਮੋ ਵਿੱਚ ਦੋਨੋਂ ਕੀ ਕੀਨ ਮੁਕਾਮੋ ਕੋਠਾ ਅਪਰ ਮਲੂਕਾ ਗ੍ਰਾਮੋ ਵਿੱਚ ਦੋਨੋਂ ਕੀ ਕੀਨ ਮੁਕਾਮੋ ਚੌਥੇ ਪਾਰ ਬ੍ਰਹਮਾ ਅਬਨਾਸੀ ਅਗਨਾਸ